ਕਿ ਗ੍ਰੈਜੂਏਟ ਨੌਜਵਾਨ ਨੇ ਜਿਨ੍ਹਾਂ BBA ਕਰਨ ਤੋਂ ਬਾਅਦ ਆਪਣਾ ਬਿਜ਼ਨਸ ਸ਼ੁਰੂ ਕੀਤਾ ਤੇ ਵਾਕਈ ਲੋਕਾਂ ਨੂੰ ਦੱਸਿਆ ਕਿ ਤੁਸੀਂ ਸਿਰਫ ਗ੍ਰੈਜੂਏਸ਼ਨ ਕਰਕੇ ਨੌਕਰੀਆਂ ਪਿੱਛੇ ਨਹੀਂ ਭੱਜਣਾ। ਅਗਰ ਕੋਈ ਸਪੈਸ਼ਲੀ ਤੌਰ ਤੇ ਬਣਵਾਉਂਦਾ ਹੈਗਾ ਨਾ ਉਹਨਾਂ ਨੂੰ ਅਸੀਂ ਮੇਵੇ ਵਗੈਰਾ ਲੈ ਕੇ ਆਂਦੇ ਹੈਗੇ ਨੇ ਖੁਦ ਆਪਣੀ ਤਰਫੋਂ ਤੇ ਅਸੀਂ ਉਹਨਾਂ ਨੂੰ ਸਪੈਸ਼ਲੀ ਗੁੜ ਬਣਾ ਕੇ ਦੇ ਦਈਦਾ। ਇੱਕ ਪੋਰ ਨੂੰ ਤਕਰੀਬਨ 1 ਘੰਟਾ ਲੱਗ ਜਾਂਦਾ। ਇਹਦੇ ਵਿੱਚੋਂ ਰੋਹ ਨਿਕਲਦੀ ਹੈਗੀ ਹੈ। ਰੋਹ ਨੂੰ ਅਸੀਂ ਕੜਾਈਆਂ ਪਈਆਂ ਹੈਗੀਆਂ ਨੇ ਸਾਡੇ ਕੋਲ ਉੱਥੇ ਲੈ ਕੇ ਜਾਈਦੀ ਹੈ। ਇਹਨੂੰ ਰੋਹ ਨੂੰ ਪਕਾਉਂਦੇ ਹੋ ਕੀ ਕਰਦੇ ਹੋ? ਇਹਨੂੰ ਪਕਾਉਂਦੇ ਅੱਗ ਲਾਈ ਦੀ ਅਸੀਂ। ਕਿੰਨੀ ਦੇਰ ਪਕਾਉਂਦੇ ਹੋ? ਇਹਨੂੰ 1 ਘੰਟਾ ਪਕਾਈ। ਇਹ ਗੁੜ ਜਿਹੜਾ ਬਣਦਾ ਇਹਦੇ ਵਿੱਚ ਕੀ ਚੀਜ਼ਾਂ ਮਿਲਾਈਆਂ ਜਾਂਦੀਆਂ ਨੇ, ਕੀ ਚੀਜ਼ਾਂ ਇਸਤੇਮਾਲ ਹੁੰਦੀਆਂ ਨੇ? अस्सलाम वालेकुम, मैं ਤੁਹਾਡਾ ਮੇਜ਼ਬਾਨ ਨਲੀ ਬਦਾਮੀ। ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਪਾਕਿਸਤਾਨ ਦੀ ਤੇ ਪੰਜਾਬ ਦੀ ਜਿਹੜੀ ਕਲਚਰ ਹੈਗੇ ਨੇ ਬਿਲਕੁਲ ਉਹਨਾਂ ਵਿੱਚ ਬੜੀਆਂ ਖਾਲਸ ਤੇ ਦੇਸੀ ਤੇ ਪਿਓਰ ਚੀਜ਼ਾਂ ਬਣਾਈਆਂ ਜਾਂਦੀਆਂ ਨੇ। ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਗੁੜ ਕਿਵੇਂ ਬਣਾਇਆ ਜਾਂਦਾ ਹੈ, ਦੇਸੀ ਖਾਲਸ ਗੁੜ, ਕੀ ਇਹਦਾ ਪ੍ਰੋਸੀਜਰ ਹੁੰਦਾ ਹੈ, ਪਹਿਲੇ ਕੀ ਬਣਦਾ ਹੈ, ਫਿਰ ਕਿਸ ਤਰੀਕੇ ਬਣਾਇਆ ਜਾਂਦਾ ਹੈ, ਇਹਦੇ ਵਿੱਚ ਕੀ ਚੀਜ਼ਾਂ ਮਿਕਸ ਕੀਤੀਆਂ ਜਾਂਦੀਆਂ ਨੇ। ਮੇਰੇ ਨਾਲ ਅਲੀ ਭਾਈ ਮੌਜੂਦ ਨੇ, ਇਹਨਾਂ ਦਾ ਅਸੀਂ ਪਹਿਲੇ ਵੀ ਇੰਟਰਵਿਊ ਕੀਤਾ ਸੀ। ਇਹ ਗ੍ਰੈਜੂਏਟ ਨੌਜਵਾਨ ਨੇ ਜਿਨ੍ਹਾਂ BBA ਕਰਨ ਤੋਂ ਬਾਅਦ ਆਪਣਾ ਬਿਜ਼ਨਸ ਸ਼ੁਰੂ ਕੀਤਾ ਤੇ ਵਾਕਈ ਲੋਕਾਂ ਨੂੰ ਦੱਸਿਆ ਕਿ ਤੁਸੀਂ ਸਿਰਫ ਗ੍ਰੈਜੂਏਸ਼ਨ ਕਰਕੇ ਨੌਕਰੀਆਂ ਪਿੱਛੇ ਨਹੀਂ ਭੱਜਣਾ, ਬਲਕਿ ਤੁਸੀਂ ਆਪਣਾ ਕਾਰੋਬਾਰ ਵੀ ਕਰ ਸਕਦੇ ਹੋ। ਇਹਨਾਂ ਬੜੇ ਇੱਕ ਖਾਸ ਤਰੀਕੇ ਨਾਲ ਤੇ ਬੜਾ ਖਾਸ ਹੀ ਗੁੜ ਬਣਾਉਂਦੇ ਨੇ। ਇਹਨਾਂ ਕੋਲ ਪੁੱਛਣੇ ਕਿ ਕਿਵੇਂ ਬਣਾਉਂਦੇ ਨੇ। ਸਲਾਮ ਅਲੈਕਮ। ਵਾਲੇਕੁਮ अस्सलाम। ਅਲੀ ਭਾਈ ਕੀ ਹਾਲ ਚਾਲ ਹੈ? ਠੀਕ ਹੋ? ਅੱਲਾਹ ਦਾ ਸ਼ੁਕਰ ਹੈ, ਠੀਕ ਹੋ। ਅਲੀ ਸਾਹਿਬ ਮੈਨੂੰ ਇਹ ਦੱਸੋ ਕਿ ਇਹ ਗੁੜ ਜਿਹੜਾ ਬਣਦਾ ਇਹਦੇ ਵਿੱਚ ਕੀ ਚੀਜ਼ਾਂ ਮਿਲਾਈਆਂ ਜਾਂਦੀਆਂ ਨੇ, ਕੀ ਚੀਜ਼ਾਂ ਇਸਤੇਮਾਲ ਹੁੰਦੀਆਂ ਨੇ, ਪ੍ਰੋਸੀਜਰ ਕੀ ਹੈ? ਇਹਦੇ ਵਿੱਚ ਅਸੀਂ ਕੋਈ ਕਿਸੇ ਕਿਸਮ ਦੀ ਮਿਲਾਵਟ ਨਹੀਂ ਕਰਦੇ। ਸਾਡੇ ਕੋਲ ਬਿਲਕੁਲ ਪਿਓਰ ਖਾਲਸ ਹੈ। ਇਸ ਤੋਂ ਇਲਾਵਾ ਸਾਡੇ ਕੋਲ ਗੰਨਾ ਹੈਗਾ। ਅੱਛਾ, ਮੈਨੂੰ ਇਹ ਦੱਸੋ ਕੀ ਚੀਜ਼ਾਂ ਮਤਲਬ ਕਿ ਤੁਸੀਂ ਬਣਾ ਕੇ ਤੇ ਗੁੜ ਤਿਆਰ ਹੋ ਜਾਂਦਾ ਫਾਈਨਲ ਇਹਦੇ ਚ ਅਗਰ ਕੋਈ ਸਪੈਸ਼ਲੀ ਤੌਰ ਤੇ ਬਣਵਾਉਂਦਾ ਹੈਗਾ ਨਾ ਉਹਨਾਂ ਨੂੰ ਅਸੀਂ ਮੇਵੇ ਵਗੈਰਾ ਲੈ ਕੇ ਆਂਦੇ ਹੈਗੇ ਨੇ ਖੁਦ ਆਪਣੀ ਤਰਫੋਂ ਤੇ ਅਸੀਂ ਉਹਨਾਂ ਨੂੰ ਸਪੈਸ਼ਲੀ ਗੁੜ ਬਣਾ ਕੇ ਦੇ ਦਈਦਾ। ਅੱਛਾ, ਹਾਂਜੀ, ਲੇਕਿਨ ਇਹਦੇ ਚ ਅਸੀਂ ਕੋਈ ਕਿਸੇ ਕਿਸਮ ਦੀ ਮਿਲਾਵਟ ਨਹੀਂ ਕਰਦੇ। ਜਿਹੜਾ ਤੁਸੀਂ ਬਣਾਉਂਦੇ ਹੋ ਗੁੜ ਉਹਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਨੇ? ਯਾਨੀ ਕਿ ਸਿਰਫ ਗੰਨਾ ਹੀ ਹੁੰਦਾ, ਬਸ ਗੰਨਾ ਹੀ ਹੁੰਦਾ। ਸਫਾਈ ਕਰੀ ਦੀ ਅਸੀਂ ਭਿੰਡੀ ਨਾਲ। ਸਗਲਾਈ ਸਾਡੇ ਕੋਲ ਪਈ ਹੈਗੀ, ਜੜੀ ਬੂਟੀ ਹੈਗੀ, ਅਸੀਂ ਉਹਦੇ ਨਾਲ ਸਫਾਈ ਕਰੀ। ਅੱਛਾ, ਜੜੀ ਬੂਟੀ ਦੇ ਵਿੱਚ ਕੀ ਕੰਮ ਹੈ? ਉਹਦੇ ਨਾਲ ਕੀ ਕਰਦੇ ਹੋ? ਉਹਦੇ ਨਾਲ ਸਫਾਈ ਹੋ ਜਾਂਦੀ ਹੈ। ਜਿਹੜੀ ਉਹਦੇ ਉੱਤੇ ਹੁੰਦੀ ਹੈ ਨਾ ਮਿੱਟੀ ਵਗੈਰਾ, ਉਹਦੇ ਅੰਦਰ ਹੁੰਦਾ ਕਚਰਾ ਵਗੈਰਾ, ਉਹ ਨਿਕਲ ਆਉਂਦਾ। ਤੁਸੀਂ ਨਾ ਰੋਹ ਕੱਢਦੇ ਹੋ, ਰੋਹ ਵਿੱਚ ਘੱਟਾ ਮਿੱਟੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਉਹ ਫਿਰ ਜੜੀ ਬੂਟੀ ਨਾਲ ਸਾਰੀ ਚੀਜ਼ਾਂ ਸਾਫ਼ ਹੋ ਜਾਂਦੀਆਂ? ਜੀ ਜੀ, ਜੜੀ ਬੂਟੀ ਨਾਲ ਸਾਰੀਆਂ ਚੀਜ਼ਾਂ ਸਾਫ਼ ਹੀ ਹੋ ਜਾਂਦੀਆਂ। ਅੱਛਾ, ਮੈਨੂੰ ਇਹ ਦੱਸੋ ਕਿ ਕਿੰਨੀ ਦੇਰ ਵਿੱਚ ਗੰਨਾ ਆਂਦਾ ਹੈ, ਉਹਦੀ ਰੋਹ ਨਿਕਲਦੀ, ਫਿਰ ਉਹਨੂੰ ਪਕਾਉਂਦੇ, ਪਕਾ ਤੇ ਚੀਂਡ, ਫਿਰ ਉਸ ਤੋਂ ਬਾਅਦ ਫਾਈਨਲ ਤਿਆਰ ਕਰਕੇ ਥੋੜਾ ਕਿੰਨੀ ਦੇਰ ਤਿਆਰ ਹੋ ਜਾਂਦਾ ਇੱਕ ਪੂਰ ਨੂੰ ਤਕਰੀਬਨ 1 ਘੰਟਾ ਲੱਗ ਜਾਂਦਾ। 1 ਘੰਟੇ ਦੇ ਵਿੱਚ ਤਿਆਰ ਹੋ ਜਾਂਦਾ? ਹਾਂਜੀ, 1 ਘੰਟੇ ਦੇ ਅੰਦਰ। ਤੁਸੀਂ ਗੰਨਾ ਲਿਆਂਦੇ ਕਿੱਥੋਂ? ਅਸੀਂ ਗੰਨਾ ਫਿਲਹਾਲ ਤਾਂ ਇੱਥੋਂ ਹੀ ਲੈ ਕੇ ਆਂਦੇ ਪਏ ਆ, ਨਜ਼ਦੀਕ ਤੋਂ। ਅੱਛਾ, ਕੀ ਰੇਟ ਮਿਲਦਾ ਹੈ ਇਥੋਂ? ਕੀ ਮਿਲਦਾ ਮਨਾਂ ਦੇ ਹਿਸਾਬ ਨਾਲ ਲਿਆਂਦੇ ਹੋ? ਕਿਵੇਂ ਮਨਾਂ ਦੇ ਹਿਸਾਬ ਨਾਲ ਲੈ ਕੇ ਆਂਦੇ ਆ। ਕਿੰਨੇ ਮਨ ਕਮ ਤੁਹਾਡਾ ਗੁੜ ਲੱਗ ਜਾਂਦਾ ਡੇਲੀ ਦੀ ਬੇਸ ਦਾ? ਸਾਡਾ 4 ਤੋਂ 5 ਮਨ ਲੱਗ ਜਾਂਦਾ। ਇਹ ਸਰਦੀਆਂ ਦਾ ਹੁਣ ਸੀਜ਼ਨ ਹੈ ਅੱਜ ਕੱਲ, ਉਹਦੇ ਵਿੱਚ ਲੱਗਦਾ। ਅੱਗੇ ਪਿੱਛੇ ਵੀ ਚੱਲਦਾ ਹੈ? ਨਹੀਂ, ਕੰਮ ਤੁਸੀਂ ਕਿੰਨੀ ਦੇਰ ਕਰਦੇ ਹੋ? ਇਹ ਅਸੀਂ 6 ਮਾਹ ਕਰਦੇ ਹੈਗੇ। ਅੱਛਾ, 6 ਮਹੀਨੇ ਕਰਦੇ ਹੋ। ਅੱਛਾ, ਮੈਨੂੰ ਵਿਖਾਓ ਨਾ ਅਲੀ ਭਾਈ, ਆਓ ਵੇਲਣਾ ਜ਼ਰਾ ਦਿਖਾਓ ਸਾਨੂੰ ਤੇ ਉਹ ਦੱਸੋ ਜ਼ਰਾ ਉਹਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਨੇ ਤੇ ਪਹਿਲੇ ਉਹ ਵੇਲਣੇ 'ਚ ਕਿਵੇਂ ਤਲਾਇਆ ਜਾਂਦਾ। ਨਾਜ਼ਰੀਨ, ਮੇਰਾ ਕੈਮਰਾਮੈਨ ਕਰਾ ਕੇ ਆਪਕੋ ਦਿਖਾ ਸਕੇ तो। ਅੱਛਾ, ਇਹ ਕੀ ਹੈ? ਇਹਨੂੰ ਵੇਲਣਾ ਕਹਿੰਦੇ ਹੈਗੇ। ਅੱਛਾ, ਪਹਿਲੇ ਵੇਲਣੇ ਵਿੱਚ ਤੁਸੀਂ ਕਰਦੇ ਹੋ ਸਟਾਰਟ? ਹਾਂਜੀ, ਗੰਨੇ ਲਾਈਦੇ ਨੇ, ਇਹਦੇ ਵਿੱਚੋਂ ਰੋਹ ਨਿਕਲਦੀ ਹੈਗੀ। ਰੋਹ ਨੂੰ ਅਸੀਂ ਕੜਾਈਆਂ ਪਈਆਂ ਹੈਗੀਆਂ ਨੇ ਸਾਡੇ ਕੋਲ, ਉੱਥੇ ਲੈ ਕੇ ਜਾਈਦੀ ਹੈ ਤੇ ਉੱਥੇ ਪਕਾਈ ਦਾ। ਇਹ ਵੇਲਣਾ ਜਿਹੜਾ ਇੱਕ ਫੀਟਰ ਰੱਖਿਆ ਹੈ ਤੇ ਬਿਜਲੀ ਦੇ ਵੀ ਚੱਲਦਾ ਹੈ ਕਿ ਫੀਟਰ ਹੀ ਚੱਲਦਾ ਹੈ ਤੇਲ ਪਾ ਕੇ ਬਸ? ਅੱਛਾ, ਮੈਨੂੰ ਇਹ ਦੱਸੋ ਕਿ ਇਹਦੇ ਵਿੱਚ ਉਹ ਜਦੋਂ ਚੱਲ ਜਾਂਦਾ ਹੈ ਤੇ ਇਹ ਜਿਹੜਾ ਇੱਕ ਪੀਪਾ ਫੁੱਲ ਹੁੰਦਾ ਹੈ, ਇਹਦੇ ਵਿੱਚ ਕਮ ਸੇ ਕਮ ਕਿੰਨਾ ਗੰਨਾ ਲੱਗ ਜਾਂਦਾ? ਇਹਦੇ ਵਿੱਚ ਤਕਰੀਬਨ 1 ਮਨ ਗੰਨਾ ਲੱਗ ਜਾਂਦਾ। 1 ਮਨ ਗੰਨਾ ਲੱਗ ਜਾਂਦਾ। ਅੱਛਾ, ਇਸ ਤੋਂ ਬਾਅਦ ਰੋਹ ਤਿਆਰ ਹੋ ਗਈ, ਅੱਗੇ ਫਿਰ ਕਿਤੇ ਜਾਂਦੀ ਹੈ? ਉਹ ਸਾਡੇ ਕੋਲ ਕੜਾਈਆਂ ਹੈਗੀਆਂ ਨੇ, ਤੁਹਾਨੂੰ ਦਿਖਾਉਂਦਾ। ਅੱਛਾ, ਉਹ ਦਿਖਾਓ ਜਰਾ। ਇਹ ਸਾਡੇ ਕੋਲ ਕੜਾਈਆਂ ਪਈਆਂ ਹੈਗੀਆਂ ਨੇ, ਇਹਨਾਂ ਚ ਰੋਹ ਆਂਦੀ ਹੈਗੀ ਹੈ। ਅੱਛਾ, ਇਹਦੇ ਵਿੱਚ ਚੁੱਕ ਕੇ ਤੇ ਫਿਰ ਇਹਨੂੰ ਰੋਹ ਨੂੰ ਪਕਾਉਂਦੇ ਹੋ? ਕੀ ਕਰਦੇ ਹੋ? ਇਹਨੂੰ ਪਕਾਉਂਦੇ ਅੱਗ ਲਾਈ ਦੀ ਅਸੀਂ। ਕਿੰਨੀ ਦੇਰ ਪਕਾਉਂਦੇ ਹੋ? ਇਹਨੂੰ 1 ਘੰਟਾ ਪਕਾਈਦਾ। 1 ਘੰਟਾ? ਇਹ ਵਿੱਚ ਅੱਗ ਬਲਦੀ ਹੈ, ਵਿੱਚ ਕੀ ਗੈਸ ਲਾਇਆ, ਕੀ ਚੀਜ਼? ਨਹੀਂ, ਅੱਗ ਬਲਦੀ ਹੈਗੀ। ਜਿਹੜਾ ਇਹਦਾ ਚੂਰਾ ਨਿਕਲਦਾ ਹੈਗਾ ਨਾ ਗੰਨੇ ਤੋਂ, ਉਹਦੇ ਨਾਲ ਅੱਗ ਜਲਾਈ ਦੀ ਅਸੀਂ। ਅੱਛਾ, ਅੱਗ ਵੀ ਕਿਸ ਚੀਜ਼ ਨਾਲ? ਉਹ ਜਿਹੜਾ ਚੂਰਾ ਹੀ, ਉਹ ਜਿਹੜਾ ਜਦੋਂ ਤੁਸੀਂ ਬਣਾ ਕੇ ਲੈ ਲੈਂਦੇ ਹੋ ਗੰਨੇ ਦੇ ਛਿਲਕੇ? ਹਾਂਜੀ, ਗੰਨੇ ਦੇ ਛਿਲਕੇ ਹੀ, ਉਹਦੇ ਨਾਲ ਹੀ ਅੱਗ ਜਲਾਈ ਦੀ। ਅੱਛਾ, ਇਹ 1 ਘੰਟਾ ਪੱਕਣ ਤੋਂ ਬਾਅਦ ਕੜਾਈ, ਵੱਡੀ ਕੜਾਈ? ਵੱਡੀ ਕੜਾਈ 'ਚ। ਅੱਛਾ, ਇਹਦੇ ਵਿੱਚ ਜਦੋਂ ਆ ਜਾਂਦੀ ਘੰਟਾ ਇੱਥੇ ਪਕਾਈ ਦਾ ਲੱਗਦਾ? ਨਹੀਂ, ਫਿਰ ਹਾਂਜੀ, ਉੱਥੇ ਹੀ 1 ਘੰਟਾ ਲੱਗਦਾ। 1 ਘੰਟਾ ਲੱਗਦਾ? ਹਾਂਜੀ।
ਉਹਦੇ ਵਿੱਚ ਫਿਰ ਕੀ ਚੀਜ਼ ਰੋ ਪਾ ਦਿੰਦੇ ਹੋ ਤੇ ਵਿੱਚ ਕੀ ਚੀਜ਼ ਮਿਕਸ ਕਰਦੇ ਹੋ? ਉਹਦੇ ਚ ਅਸੀਂ ਕੋਈ ਚੀਜ਼ ਨਹੀਂ ਮਿਕਸ ਕਰਦੇ ਹੈਗੇ ਕਿਹਾ ਜਾਂਦਾ ਵਿੱਚ ਕੈਮੀਕਲ ਵੀ ਯੂਜ਼ ਕੀਤਾ ਜਾਂਦਾ, ਨਹੀਂ, ਕੈਮੀਕਲ ਤੇ ਸਾਡੇ ਨਹੀਂ ਕਰਦੇ ਹੋ? ਨਹੀਂ, ਤੁਹਾਡੇ ਸਾਹਮਣੇ ਸਾਡੇ ਕੋਲ ਸਗਲਾਈ ਜੜੀ ਬੂਟੀ ਪਈ ਹੈਗੀ ਭਿੰਡੀ, ਉਹਨੂੰ ਆਖੀਦਾ ਅੱਛਾ ਅਸੀਂ ਉਹਦੇ ਨਾਲ ਨਖਾਰ ਕਰੀ ਦਿੰਦੇ, ਸਫਾਈ ਕਰੀ। ਇਹ ਦੇਖੋ ਜੜੀ ਬੂਟੀ, ਅੱਛਾ ਜੜੀ ਬੂਟੀ ਜ਼ਰਾ ਦਿਖਾਇਆ ਜੇ ਜ਼ਰਾ। ਇਹ ਨਾਜ਼ਰੀਨ ਵੇਖੋ, ਇਹ ਜੀ ਜੜੀ ਬੂਟੀ ਹੈ। ਇਹ ਜੜੀ ਬੂਟੀ ਦਾ ਨਾਂ ਕੀ ਹੈ? ਇਹਨੂੰ ਭਿੰਡੀ ਆਖਦੇ ਹੈਗੇ ਨੇ ਪੰਜਾਬੀ ਚ। ਇਹ ਕਿੱਥੋਂ ਮਿਲਦੀ ਹੈ ਵੈਸੇ? ਇਹ ਵੈਸੇ ਗੰਨੇ, ਅੱਛਾ ਇਹ ਕਿੱਥੋਂ ਮਿਲਦੀ ਹੈ? ਜਿੱਥੇ ਗੰਨਾ ਲੱਗਿਆ ਹੁੰਦਾ ਨਾ ਉਹਦੇ ਅੰਦਰ ਹੀ ਹੁੰਦੀ ਹੈ ਅੱਛਾ ਫਸਲ ਦੇ ਅੰਦਰ। ਅੱਛਾ ਇਹਦਾ ਕੀ ਰੇਟ ਸ਼ੇਟ ਹੈ ਭਿੰਡੀ ਦਾ? ਹਾਂ। ਨਾ, ਇਹਦਾ ਕੋਈ ਰੇਟ ਨਹੀਂ ਹੈਗਾ, ਵੈਸੇ ਹੀ ਮਿਲ ਜਾਂਦੀ ਹੈ? ਹਾਂਜੀ। ਤੇ ਇਹ ਕਿੰਨੀ ਕੁ ਲੱਗਦੀ ਹੈ, ਕਿੰਨੇ ਦਿਨ ਕੱਢ ਜਾਂਦੀ ਹੈ? ਤਕਰੀਬਨ ਇਹ ਲੱਗ ਜਾਂਦੀ ਹੈ 20 ਕਿਲੋ ਲੱਗ ਜਾਂਦੀ ਹੈ ਉਹਦੇ ਤੇ, ਤਕਰੀਬਨ 15 ਦਿਨ ਨਿਕਲ ਜਾਂਦੇ ਨੇ। ਅੱਛਾ 15 ਦਿਨ ਨਿਕਲ ਜਾਂਦੇ ਨੇ। ਅੱਛਾ ਇਹਦੇ ਤੋਂ ਬਣਨ ਤੋਂ ਬਾਅਦ ਫਿਰ ਇਹਦੇ ਵਿੱਚ ਕੱਢ ਦਿਓ? ਹਾਂਜੀ। ਇਹਦੇ ਵਿੱਚ ਕਿੰਨੀ ਦੇਰ ਚ ਉਹ ਜਿਹੜਾ ਨਾ ਬਿਲਕੁਲ ਜਿਹੜਾ ਜੰਮ ਜਾਂਦਾ ਹੈ? ਅੱਗੇ ਆ ਜਾਓ ਥੋੜਾ ਜਿਹਾ। ਅੱਛਾ ਇਹਦੇ ਵਿੱਚ ਆ ਕੇ ਕਿੰਨੀ ਦੇਰ ਚ ਉਹ ਜਦੋਂ ਗੁੜ ਬਣ ਜਾਂਦਾ ਉਹਨੂੰ ਫਿਰ ਕੱਢ ਲੈਂਦੇ? 15 ਮਿੰਟ ਇਹਦੇ ਚ ਅਸੀਂ ਇਹਨੂੰ ਠਹਿਰਾਉਂਦੇ ਹੈਗੇ, ਬਸ ਉਸ ਤੋਂ ਬਾਅਦ ਪੇਸੀ ਬਣਾਈ ਦੀ ਹੈ, ਜੰਮ ਜਾਂਦਾ 15। ਅੱਛਾ ਈਦ ਦੀ ਵੈਸੇ ਕੋਈ ਉਹ ਖਾਲਸ ਚੀਜ਼ ਰੱਖੀ ਹੋਈ ਜਿਹਦੇ ਨਾਲ ਕਰਦੇ ਹੋ ਜਾਂ ਹੱਥ ਨਾਲ ਹੀ ਹੋਵੇ? ਸਾਡੇ ਕੋਲ ਔਜ਼ਾਰ ਹੈਗੇ ਨੇ ਅੱਛਾ ਉਹਨਾਂ ਨਾਲ। ਹਾਂਜੀ। ਫਿਰ ਇਹਨੂੰ ਇੱਥੇ ਕਿੰਨੀ ਦੇਰ ਸੁਕਾਉਂਦੇ ਹੋ ਜਾਂ ਪਕਾਉਂਦੇ ਹੋ? ਇੱਥੇ 10 ਵੀ 10-15 ਮਿੰਟ ਹੀ ਲੱਗਦੇ ਨੇ ਸੁਕਾਉਣ ਤੇ। ਅੱਛਾ ਮਤਲਬ ਇਹਦਾ ਇੰਨਾ ਟਾਈਮ ਨਹੀਂ ਮਿਲਦਾ। ਸ਼ੱਕਰ ਵੀ ਬਣਾਉਂਦੇ ਹੋ ਜਾਂ ਇਹ? ਸ਼ੱਕਰ ਵੀ ਬਣਾਉਂਦੇ ਆ, ਪਈ ਹੈਗੀ ਸਾਡੇ ਕੋਲ ਅੱਜ। ਅੱਛਾ ਸ਼ੱਕਰ ਦਾ ਵੈਸੇ ਕੀ ਰੇਟ ਹੈ ਤੇ ਗੁੜ ਦਾ ਕੀ ਰੇਟ ਹੈ ਜ਼ਰਾ? ਗੁੜ ਦਾ 220 ਰੁਪਏ ਕਿਲੋ ਹੈਗਾ ਇੱਥੇ। ਅੱਛਾ ਤੇ ਸ਼ੱਕਰ ਕੀ ਰੇਟ ਹੈ? 250 ਰੁਪਏ ਕਿਲੋ ਸ਼ੱਕਰ। ਤੇ ਬਾਜ਼ਾਰ ਦੀ ਨਿਸਬਤ ਤੁਸੀਂ ਸਸਤਾ ਵੇਚ ਰਹੇ ਹੋ ਜਾਂ ਮਹਿੰਗਾ ਰੇਟ ਹੈ? ਬਾਜ਼ਾਰ ਦੀ ਨਿਸਬਤ ਸਾਡਾ ਰੇਟ ਹੈ ਜਿਹੜਾ ਉਹ ਮਹਿੰਗਾ ਨਹੀਂ ਹੈਗਾ। ਯਾਨੀ ਬਾਜ਼ਾਰ ਵਿੱਚ ਜ਼ਹਿਰੀ ਗੱਲ ਹੈ, ਉਹਦਾ ਤੁਸੀਂ ਕਹਿ ਹੀ ਨਹੀਂ ਸਕਦੇ ਕਿ ਖਾਲਸ ਹੈਗਾ। ਹਾਂਜੀ ਹਾਂਜੀ, ਲੇਕਿਨ ਇੱਥੇ ਖਾਲਸ ਚੀਜ਼ ਹੈਗੀ, ਕਿਸੇ ਕਿਸਮ ਦੀ ਮਿਲਾਵਟ ਨਹੀਂ ਹੈਗੀ। ਅੱਛਾ ਕਿਸੇ ਕਿਸਮ ਦੀ ਮਿਲਾਵਟ? ਹਾਂਜੀ ਹਾਂਜੀ। ਅੱਛਾ ਜਿਹੜਾ ਬੰਦਾ ਕਾਰੋਬਾਰ ਕਰਨਾ ਸ਼ੁਰੂ ਕਰਨਾ ਚਾਹੁੰਦਾ ਹੈ ਉਹਨੂੰ ਕੀ ਮੈਸੇਜ ਦੇਣਾ ਚਾਹੋਗੇ? ਕਿੰਨੇ ਖਰਚੇ ਵਿੱਚ ਉਹ ਕੰਮ ਸ਼ੁਰੂ ਕਰ ਸਕਦਾ? ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਆਪਣਾ ਛੋਟਾ ਮੋਟਾ ਆਪਣਾ ਕਾਰੋਬਾਰ ਕਰੋ, ਉਹਦੇ ਤੋਂ ਛੋਟੇ ਦੀ ਤਰਫ ਤੋਂ ਤੁਸੀਂ ਵੱਡੇ ਦੀ ਤਰਫ ਜਾਓਗੇ। ਜਦੋਂ ਆਪਣਾ ਸਟਾਰਟ ਕਰੋਗੇ ਨਾ ਤੁਹਾਨੂੰ ਬੇਸਿਕਲੀ ਪਤਾ ਲੱਗ ਜਾਏਗਾ ਕਿ ਅਸੀਂ ਕੁਝ ਸਟਾਰਟ ਕੀਤਾ ਹੈ। ਇਨਵੈਸਟ ਜਿਹੜੇ ਮੇਰੀ ਪਾਕਿਸਤਾਨ ਦੇ ਵਿੱਚ ਯੰਗ ਜਨਰੇਸ਼ਨ ਜੋਬਲੈਸ ਬੈਠੀ ਹੈ, ਬੇਰੋਜ਼ਗਾਰ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਆਪਣੀ ਹਿੰਮਤ ਨਾ ਹਾਰੋ, ਠੀਕ ਹੈ। ਕੋਈ ਵੀ ਆਪਣਾ ਕਾਰੋਬਾਰ ਛੋਟਾ ਮੋਟਾ ਆਪਣਾ ਕਾਰੋਬਾਰ ਸਟਾਰਟ ਕਰੋ, ਉਹਦੇ ਤੋਂ ਇਨਸ਼ਾਅੱਲਾ। ਅੱਛਾ ਅਲੀ ਭਾਈ ਤੁਹਾਡਾ ਗੁੜ ਤਿਆਰ ਹੋਣ ਤੋਂ ਬਾਅਦ ਕਿੱਥੇ ਕਿੱਥੇ ਜਾਂਦਾ? ਮਾਰਕੀਟ ਵਿੱਚ ਜਾਂਦਾ ਹੈ, ਇਸ ਤੋਂ ਇਲਾਵਾ ਕਿੱਥੇ ਕਿੱਥੇ ਲਾਉਂਦਾ? ਸਾਡੇ ਇੱਥੇ ਹੀ ਸੇਲ ਹੋ ਜਾਂਦਾ। ਸਾਰਾ ਇੱਥੇ ਹੀ ਹੋ ਜਾਂਦਾ? ਹਾਂਜੀ ਹਾਂਜੀ ਜੀ, ਅਲਹਮਦੁਲਿल्लाह। वैसे नहीं जाता आउट ऑफ कंट्री या दूसरे इलाके में लोग आके ले जाते? वो लेकर जाते हैं दूसरे इलाकों से। अच्छा स्पेशली तौर पे ਜਾਂਦਾ ਹੈਗਾ ਸਾਡਾ ਕੰਮ। ਅੱਛਾ ਅਲੀ ਭਾਈ ਇੱਥੇ ਵੈਸੇ ਕਿਸੇ ਨੇ ਆਣਾ ਹੋਵੇ ਤੇ ਇਹ ਐਡਰੈਸ ਕਿਹੜਾ ਹੈਗਾ? ਬਿਲਕੁਲ ਐਡਰੈਸ ਇਹ ਐਡਰੈਸ ਹੈਗਾ, ਇਹਨੂੰ ਆਖੀਦਾ ਹੈਗਾ 7 ਘਰੇ ਰੋਡ। ਅੱਛਾ ਨਾਲ ਕਿੰਨਾ ਕੁ ਸਫ਼ਰ ਹੈ? उकाड़ो तो तकरीबन 3-4 किलोमीटर रहेगा। जी नाज़रीन, ये थे हमारे साथ अली भाई जिन्होंने अपना ग्रेजुएशन करने के बाद ये काम स्टार्ट किया। इनका वाकई ये खालिस है और बड़ा ही ज़बरदस्त इनका टेस्ट है। अगर आपका कभी चक्कर लगे तो उकाड़ा सतगरा रोड पर ही ये बंदे बाहर बैठे हैं और ऐसी जगह पर बैठे हैं कि आप एक्सपेक्ट नहीं कर सकते कि यहाँ पर भी आके लोग आके जो है इनसे गुड़ लेके जाएंगे। मुझे इजाज़त दीजिएगा, अल्लाह ने के बाद।